जेह सतगुरु सिमरंत नायन के तिमर मिट है खिन। जेह सतगुरु सिमरंत हृदय हर नाम दिनों दिन। भट्ट जी गुरु रामदास सच्चे पातशाह जी दियां बेअंत अनंत बरकतां विचों कुछ कुछ दा वर्णन कर रहे हैं। गुरु रामदास सच्चे पातशाह जी ਉਹ ਹਨ ਜਿਨ੍ਹਾਂ ਨੂੰ ਯਾਦ ਕੀਤਿਆਂ, ਜਿਨ੍ਹਾਂ ਦਾ ਸਿਮਰਨ ਕੀਤਿਆਂ ਅੱਖਾਂ ਦੇ ਵਿੱਚ ਪਿਆ ਹੋਇਆ ਧੋਖੇ ਦਾ ਜਿਹੜਾ ਘੱਟਾ ਹੈ ਉਹ ਮਿਟ ਜਾਂਦਾ ਹੈ। ਅੱਖਾਂ ਦੇ ਵਿੱਚ ਪਿਆ ਹੋਇਆ ਜੋ ਅਗਿਆਨ ਦਾ ਅੰਧੇਰ ਹੈ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਿਆਂ ਦੂਰ ਹੋ ਜਾਂਦਾ ਹੈ। ਗੁਰੂ ਤੋਂ ਨਦਰ ਮੰਗੋ ਗੁਰਮੁਖੋ, ਉਹ ਨਦਰ ਮੰਗੋ ਜਿਹਦੇ ਨਾਲ ਸੱਚ ਦਿਸਦਾ ਹੈ। ਅਜੇ ਤਾਂ ਸਾਨੂੰ ਝੂਠ ਹੀ ਸੱਚ ਦਿਸ ਰਿਹਾ। ਅਜੇ ਤਾਂ ਸਾਡੀ ਇਹ ਬਿਰਤੀ ਬਣੀ ਹੋਈ ਹੈ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਮੰਨੀ ਬੈਠੇ ਹਾਂ। हे ਗੁਰੂ ਰਾਮਦਾਸ ਜੀ, ਆਪ ਜੀ ਦਾ ਸਿਮਰਨ, ਆਪ ਜੀ ਦੀ ਯਾਦ ਵਿੱਚ ਇਹ ਤਾਕਤ ਹੈ ਕਿ ਜੋ ਤੁਹਾਨੂੰ ਹਿਰਦੇ ਵਿੱਚੋਂ ਯਾਦ ਕਰਦਾ ਹੈ ਉਹਦੀਆਂ ਅੱਖਾਂ ਦਾ ਇਲਾਜ ਹੋ ਜਾਂਦਾ ਹੈ, ਉਹਨਾਂ ਨੂੰ ਸੱਚ ਦਿਸਣ ਲੱਗ ਜਾਂਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅਗਲੀ ਬਰਕਤ ਬੜਾ ਧਿਆਨ ਮੰਗਦੀ ਜੇ। ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕਰਦਾ ਹੈ, ਚੇਤੇ ਕਰਦਾ ਹੈ, ਉਸ ਤੇ ਅਗਲੀ ਬਖਸ਼ਿਸ਼ ਕੀ ਹੁੰਦੀ ਹੈ? ਉਸ ਤੇ ਅਗਲੀ ਬਖਸ਼ਿਸ਼ ਹੁੰਦੀ ਹੈ ਜਿਹੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋਂ ਦਿਨ। ਅੱਜ ਹੋਰ, ਕੱਲ ਹੋਰ, ਪਰਸੋਂ ਹੋਰ, ਦਿਨ ਪ੍ਰਤੀ ਦਿਨ ਉਸ ਬੰਦੇ ਦੇ ਹਿਰਦੇ ਵਿੱਚ ਨਾਮ ਵਸਦਾ ਜਾਂਦਾ ਹੈ, ਨਾਮ ਰਚਦਾ ਜਾਂਦਾ ਹੈ, ਨਾਮ ਧੱਸਦਾ ਜਾਂਦਾ ਹੈ। ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਚੇਤੇ ਕਰਦਾ ਹੈ। ਹੁਣ ਦੇਖਿਓ ਗੁਰੂ ਦੀ ਖੁਸ਼ੀ ਦੀ ਨਿਸ਼ਾਨੀ ਇਹ ਹੈ, ਜਿਹੜਾ ਅੱਜ ਸਿਰਫ ਜਪਜੀ ਸਾਹਿਬ ਪੜ੍ਹਦਾ ਹੈ ਉਹਦਾ ਕਿਤੇ ਕੱਲ ਨੂੰ ਮਨ ਕਰ ਆਵੇ ਮੈਂ 5 ਬਾਣੀਆਂ ਜ਼ਰੂਰ ਕਰਿਆ ਕਰਾਂ। ਅਸੀਂ ਤੇ ਖੁਸ਼ੀ ਨੂੰ ਪਤਾ ਨਹੀਂ ਕਿਹੜੀ ਤੱਕੜੀ ਚ ਤੋਲੀ ਜਾਂਦੇ ਆ। ਜਿਹੜਾ ਅੱਜ 5 ਬਾਣੀਆਂ ਦਾ ਨਿਤਨੇਮ ਕਰਦਾ, ਜੇ ਕੱਲ ਨੂੰ ਉਹਦਾ ਜੀ ਕਰੇ ਕਿ ਮੈਂ ਨਾਲ ਸੁਖਮਨੀ ਸਾਹਿਬ ਵੀ ਪੜ੍ਹਨਾ, ਮੈਂ ਹੋਰ ਬਾਣੀ ਕੰਠ ਕਰਨੀ ਹੈ, ਹੋਰ ਸਿਮਰਨ ਕਰਨਾ ਹੈ, ਹੋਰ ਬਾਣੀ ਪੜ੍ਹਨੀ ਹੈ, ਅੱਜ ਮੈਂ 1 ਘੰਟਾ ਬੈਠਿਆ ਚੌਂਕੜਾ ਲਾ ਕੇ ਕੱਲ ਨੂੰ ਇਸ ਤੋਂ ਵੱਧ ਸਮਾਂ ਬੈਠਣਾ ਹੈ। ਜੇ ਦਿਨ ਪ੍ਰਤੀ ਦਿਨ ਨਾਮ ਵਿੱਚ, ਬੰਦਗੀ ਵਿੱਚ, ਨਿਤਨੇਮ ਵਿੱਚ, ਸੇਵਾ ਵਿੱਚ, ਭਜਨ ਵਿੱਚ ਤਰੱਕੀ ਹੋ ਰਹੀ ਹੈ ਤੇ ਸਮਝ ਲਓ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੱਥ ਤੁਹਾਡੇ ਸਿਰ ਤੇ ਹੈ। ਇਹ ਅਸਲ ਤਰੱਕੀ ਹੈ। ਇਹ ਹੈ ਵਿਕਾਸ ਆਤਮਿਕ ਜੀਵਨ ਦਾ ਜਿਹਦੀ ਸਾਨੂੰ ਲੋੜ ਹੈ। ਨਹੀਂ ਤੇ ਆਪਾਂ ਵਿਨਾਸ਼ ਵਾਲੇ ਪਾਸੇ ਜਾ ਰਹੇ ਹਾਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਦਇਆ ਕਰੋ, ਸਾਡੇ ਹਿਰਦੇ ਵਿੱਚ ਨਾਮ ਦਾ ਵਾਧਾ ਹੋ ਜਾਏ। ਅੱਗੇ ਬਚਨ ਕਰਦੇ ਨੇ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ। ਕਿਉਂਕਿ ਸੜਦਾ ਪਿਆ ਨਾ ਜੀ, ਜਿੰਦ ਭੁੱਜ ਰਹੀ ਹੈ। ਬਾਹਰੋਂ ਬੜਾ ਲਿਸ਼ਕ ਪੁਸ਼ਕ ਗਿਆ ਸਾਡਾ ਜੀਵਨ, ਬਾਹਰੋਂ ਪੋਚਾ ਬਹੁਤ ਸੋਹਣਾ ਫਿਰਿਆ ਹੋਇਆ ਪਰ ਜਿੰਦ ਤੇ ਸੜ ਰਹੀ ਹੈ, ਤਪ ਰਹੀ ਹੈ ਦਿਨ ਰਾਤ।
ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। हे ਗੁਰੂ ਰਾਮਦਾਸ ਜੀ, ਤੁਹਾਡੀ ਯਾਦ ਵਿੱਚ ਇੰਨੀ ਸ਼ਕਤੀ ਹੈ, ਜਿਹੜਾ ਤੁਹਾਨੂੰ ਹਿਰਦੇ ਵਿੱਚੋਂ ਯਾਦ ਕਰਦਾ ਉਹਦੇ ਜੀ ਦੀ ਤਪਤ ਮਿਟ ਜਾਂਦੀ ਹੈ, ਉਹਦੇ ਅੰਦਰ ਸ਼ਾਂਤੀ ਆ ਜਾਂਦੀ, ਉਹਦੇ ਅੰਦਰ ਸੁੱਖ ਆ ਜਾਂਦਾ, ਉਹਦਾ ਅੰਦਰ ਠੰਡਾ ਠਾਰ ਹੋ ਜਾਂਦਾ। ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਵ ਨਿਧ ਪਾਵੈ। हे ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਤੁਹਾਨੂੰ ਯਾਦ ਕੀਤਿਆਂ ਸਾਰੇ ਹੀ ਖਜ਼ਾਨੇ ਮਿਲ ਜਾਂਦੇ ਆ, ਸਾਰੇ ਹੀ ਖਜ਼ਾਨੇ। ਜਿੱਥੇ ਨਾਮ ਆ ਗਿਆ ਨਾ ਗੁਰਮੁਖੋ, ਉੱਥੇ ਫਿਰ ਸਾਰੇ ਖਜ਼ਾਨੇ ਆ ਜਾਣੇ। ਜਿੱਥੇ ਨਾਮ ਨਹੀਂ ਆਇਆ, ਉੱਥੇ ਧਨ ਇਕੱਠਾ ਕਰਕੇ ਵੀ ਬੰਦਾ ਰੋਂਦਾ ਹੀ ਰਹੇਗਾ। ਯਾਦ ਕਰਿਓ ਵੇਲਾ 1534 ਚੂਨਾ ਮੰਡੀ ਲਾਹੌਰ ਦੀ ਧਰਤੀ। ਪਿਤਾ ਹਰੀਦਾਸ, ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਜਨਮ ਹੋਇਆ। ਇੱਕ ਬਾਲਕ ਦਾ ਨਾਮ ਰੱਖਿਆ ਭਾਈ ਜੇਠਾ। ਨਾਮ ਰੱਖਿਆ ਰਾਮਦਾਸ। ਘਰ ਵਿੱਚ ਪਹਿਲਾ ਪੁੱਤਰ ਹੋਣ ਕਰਕੇ ਜੇਠਾ ਕਹਿੰਦੇ ਆ ਸਾਰੇ। 2 ਸਾਲ ਦੀ ਉਮਰ ਹੋਈ ਹੈ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮਾਂ ਨੂੰ ਪਰਮਾਤਮਾ ਦੇ ਘਰ ਵਿੱਚੋਂ ਸੱਦਾ ਆਉਂਦਾ ਤੇ ਉਹ ਅਕਾਲ ਚਲਾਣਾ ਕਰ ਗਏ। 2 ਸਾਲ ਦੀ ਉਮਰ ਦੇ ਵਿੱਚ ਵਿਹੜੇ ਵਿੱਚ ਪਈ ਹੋਈ ਮਾਂ ਦੀ ਲਾਸ਼ ਨੂੰ ਤੱਕ ਕੇ ਤੋਤਲੀ ਜ਼ੁਬਾਨ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੀ ਮਾਂ ਦਾ ਚਿਹਰਾ ਤੱਕਦੇ ਨੇ। ਪਿਤਾ ਨੇ ਉਂਗਲ ਫੜਾਈ, ਕਬਰਸਤਾਨ ਤੇ ਜਾ ਕੇ ਸੰਸਕਾਰ ਕੀਤਾ ਮਾਂ ਦਾ। ਉਸ ਤੋਂ ਬਾਅਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਿਤਾ ਬਾਬਾ ਹਰੀਦਾਸ ਜੀ ਨੇ ਪੁੱਤਰ ਨੂੰ ਪਾਲਿਆ। ਮਾਂ ਦਾ ਪਿਆਰ ਵੀ ਪਿਤਾ ਤੋਂ, ਪਿਤਾ ਦਾ ਪਿਆਰ ਵੀ ਪਿਤਾ ਤੋਂ ਮਿਲਿਆ। 7 ਸਾਲ ਦੀ ਉਮਰ ਹੁੰਦੀ ਹੈ ਤੇ ਬਾਬਾ ਹਰੀਦਾਸ ਜੀ ਅੱਗੇ ਹਰ ਰੋਜ਼ ਅੰਮ੍ਰਿਤ ਵੇਲੇ ਉਠਾ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਆਵਾਜ਼ ਦੇ ਕੇ ਕਹਿੰਦੇ, ਪੁੱਤਰ ਉੱਠ, ਨਾਮ ਜਪੀਏ, ਉਸ ਪਰਮਾਤਮਾ ਦੀ ਬੰਦਗੀ ਕਰੀਏ। ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉੱਠ ਪਏ। ਪਿਤਾ ਹਰੀਦਾਸ ਜੀ ਦੀ ਚਾਦਰ ਉਹਨਾਂ ਦੇ ਤਨ ਦੇ ਉੱਤੇ ਹੈ, ਉੱਠੇ ਨਹੀਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੋਚਦੇ ਨੇ, ਪਿਤਾ ਬੜੀ ਮੁਸ਼ੱਕਤ ਕਰਦਾ, ਅਣਥੱਕ ਮਿਹਨਤ ਕਰਦਾ, ਅੱਜ ਸ਼ਾਇਦ ਜਾਗ ਨਹੀਂ ਆਈ। ਨੇੜੇ ਜਾ ਕੇ ਆਵਾਜ਼ ਦੇ ਕੇ ਆਖਿਆ, ਬਾਪੂ ਹਰ ਰੋਜ਼ ਮੈਨੂੰ ਉਠਾਉਣ ਵਾਲੇ ਆ, ਅੱਜ ਉੱਠਿਆ ਨਹੀਂ। 1 ਵਾਰੀ 2 ਵਾਰੀ 3 ਵਾਰੀ ਆਵਾਜ਼ ਦਿੱਤੀ। ਜਦੋਂ ਪਿਤਾ ਨੇ ਹੁੰਗਾਰਾ ਨਾ ਭਰਿਆ, ਨੰਨੇ ਹੱਥਾਂ ਦੇ ਨਾਲ ਚਾਦਰ ਮੂੰਹ ਤੋਂ ਹਟਾ ਕੇ ਦੇਖਿਆ, 7 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪਿਤਾ ਜੀ ਤੁਸੀਂ ਤੇ ਹਰ ਰੋਜ਼ ਮੈਨੂੰ ਕਹਿੰਦੇ ਸੀ ਤੇਰਾ ਨਾਮ ਜੇਠਾ ਧਰਿਆ। ਜੇਠੇ ਦਾ ਅਰਥ ਹੁੰਦਾ ਵੱਡਾ, ਤੇ ਮੈਂ ਤੈਨੂੰ ਇੰਨਾ ਵੱਡਾ ਬਣਾਵਾਂਗਾ, ਸਾਰੇ ਸੰਸਾਰ ਵਿੱਚ ਤੇਰਾ ਨਾਮ ਰੋਸ਼ਨ ਹੋਏਗਾ। ਪਰ ਹੁਣ 7 ਸਾਲ ਦੀ ਉਮਰ ਵਿੱਚ ਮੈਨੂੰ ਛੱਡ ਕੇ ਤੁਰ ਗਿਆ। ਰਿਸ਼ਤੇਦਾਰ ਆਏ, ਬਾਸਰ ਕੇ ਨਗਰ ਤੋਂ ਨਾਨੀ ਆਈ। ਪਿਤਾ ਹਰਿਦਾਸ ਜੀ ਦਾ ਅੰਤਮ ਸੰਸਕਾਰ ਹੋਇਆ। ਕੁਝ ਸਮਾਂ ਲਾਹੌਰ ਦੀ ਧਰਤੀ ਤੇ ਪੇਟ ਦੀ ਅੱਗ ਨੂੰ ਸ਼ਾਂਤ ਕਰਨ ਵਾਸਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ
ਛਾਬੇ ਵਿੱਚ ਘੁੰਗਣੀਆਂ ਪਾ ਕੇ ਵੇਚਦੇ ਰਹੇ। ਹਰ ਰੋਜ਼ ਬੁੱਢੜੀ ਨਾਨੀ ਨੇ ਘੁੰਗਣੀਆਂ ਤਿਆਰ ਕਰ ਦੇਣੀਆਂ, ਬਾਜ਼ਾਰ ਵਿੱਚ ਜਾਣਾ ਤੇ ਲੋਕਾਂ ਨੇ ਤਰਸ ਕਰਕੇ ਖਰੀਦ ਲੈਣੀਆਂ ਵੀ ਛੋਟਾ ਜਿਹਾ ਬੱਚਾ ਭੁੱਖ ਦਾ ਸਤਾਇਆ ਹੋਇਆ ਘੁੰਗਣੀਆਂ ਵੇਚ ਰਿਹਾ। ਜਿੰਨੀ ਮਾਇਆ ਹੋਣੀ ਲਿਆ ਕੇ ਨਾਨੀ ਦੀ ਤਲੀ ਤੇ ਧਰ ਦੇਣੀ। ਇੱਕ ਦਿਨ ਕੀ ਹੋਇਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਘੁੰਗਣੀਆਂ ਵੇਚ ਰਹੇ ਨੇ। ਅੱਜ ਪਿੱਛੋਂ ਕੰਨਾਂ ਦੇ ਵਿੱਚ ਆਵਾਜ਼ ਪਈ, ਪੁੱਤ। ਇਹ ਆਵਾਜ਼ ਸੁਣ ਕੇ ਆਪਣੇ ਕੰਨਾਂ ਤੇ ਯਕੀਨ ਨਹੀਂ ਹੋਇਆ। ਮੈਨੂੰ ਤੇ ਪੁੱਤ ਹੁਣ ਕੋਈ ਵਿਰਲਾ ਹੀ ਕਹਿੰਦਾ। ਮਾਂ ਤੁਰ ਗਈ, ਪੁੱਤ ਪੁੱਤ ਕਹਿਣ ਵਾਲਾ ਪਿਤਾ ਚਲਾ ਗਿਆ। ਮੈਨੂੰ ਪੁੱਤ ਕਹਿ ਕੇ ਕਿਹਨੇ ਆਵਾਜ਼ ਦਿੱਤੀ ਹੈ? ਫੇਰ ਆਵਾਜ਼ ਆਈ ਕੰਨਾਂ ਵਿੱਚ, ਪੁੱਤ ਘੁੰਗਣੀਆਂ ਵੇਚਣ ਵਾਲਿਆ ਮੇਰੀ ਗੱਲ ਸੁਣ। ਪਿੱਛੇ ਮੁੜ ਕੇ ਦੇਖਦੇ ਨੇ, ਇੱਕ ਫਕੀਰ ਖੜਾ ਹੈ। ਕੋਲ ਗਏ, ਫਕੀਰ ਸਾਈਂ ਦੱਸੋ ਕੀ ਚਾਹੀਦਾ? ਫਕੀਰ ਨੇ ਕੱਪੜੇ ਦੇਖੇ, ਉਮਰ ਦੇਖੀ ਤੇ ਕਹਿਣ ਲੱਗਾ, ਪੁੱਤ ਵੇ ਡਾਢੀ ਭੁੱਖ ਲੱਗੀ ਹੈ। ਤੂੰ ਦੇਖਣ ਨੂੰ ਬੜਾ ਗਰੀਬ ਲੱਗਦਾ, ਤੈਨੂੰ ਮਾਇਆ ਦੀ ਲੋੜ ਹੋਏਗੀ, ਪਰ ਮੇਰੇ ਕੋਲ ਦੇਣ ਵਾਸਤੇ ਮਾਇਆ ਨਹੀਂ। ਤੂੰ ਮੈਨੂੰ ਘੁੰਗਣੀਆਂ ਸਿਖਾਏਂਗਾ? ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਲੱਪ ਭਰ ਕੇ, ਬੁੱਕ ਭਰ ਕੇ ਘੁੰਗਣੀਆਂ ਸਿਖਾਤੀਆਂ। ਫਕੀਰ ਦੀ ਭੁੱਖ ਨਾ ਮਿਟੀ, 2 ਲੱਪਾਂ ਹੋਰ ਪਾ ਦਿੱਤੀਆਂ। ਸਾਰੀਆਂ ਘੁੰਗਣੀਆਂ ਫਕੀਰ ਨੂੰ ਛਕਾ ਕੇ ਜਦੋਂ ਘਰ ਮੁੜੇ ਨਾ, ਨਾਨੀ ਉਡੀਕ ਰਹੀ ਸੀ। ਘੁੱਟ ਗਲਵਕੜੀ ਲਾ ਕੇ ਕਹਿਣ ਲੱਗੀ, ਪੁੱਤ ਅੱਜ ਕਿੰਨੀ ਕੁ ਮਾਇਆ ਲੈ ਕੇ ਆਇਆ? ਅੱਗੇ ਤੇ ਬਿਨਾਂ ਪੁੱਛਣ ਤੋਂ ਲਿਆ ਕੇ ਮੇਰੀ ਤਲੀ ਤੇ ਧਰ ਦਿੰਦਾ ਸੀ, ਅੱਜ ਦੀ ਮਾਇਆ ਕਿੱਥੇ ਆ? ਇਸ ਤਰ੍ਹਾਂ ਲੱਗੀਆਂ ਅੱਜ ਘੁੰਗਣੀਆਂ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮਾਂ ਅੱਜ ਬਹੁਤ ਮਹਿੰਗੇ ਭਾਅ ਵਿਕ ਗਈਆਂ, ਬਹੁਤ ਮਹਿੰਗੇ ਭਾਅ ਵਿਕ ਗਈਆਂ। ਅੱਜ ਤੇ ਮੈਂ ਉਹ ਧਨ ਲੈ ਕੇ ਆਇਆ, ਉਹ ਦੌਲਤ ਲੈ ਕੇ ਆਇਆ ਜਿਹੜੀ ਤੇਰੇ ਤੋਂ ਗਿਣੀ ਨਹੀਂ ਜਾਣੀ। ਉਹ ਦੌਲਤ ਕੀ ਹੈ ਗੁਰਮੁਖੋ? ਅਸੀਸ ਦੌਲਤ ਹੈ, ਬਹੁਤ ਵੱਡੀ। जिनके दामन में दुआओं की सिवा कुछ नहीं होता, उन गरीबों की दुआओं में असर होता है। इस करके बद असीसा नहीं, जे जिंदगी च इकट्ठा करना है तो असीसा नूं इकट्ठा करिए, दुआवां नूं इकट्ठा करिए। कोई साडे वास्ते दिलों ये अरदास कर देवे कि सच्चे पातशाह इनू बख्श लिया जे, सचमुच किसी बख्शे हुए दी कीती हुई अरदास बख्शा दिंदी है। सारी विद्या नानी नूं सुणाई, मां अज वो दौलत लै आया जिन्हें मैनू अंदरों रजा दिता है। सारियां घुंगणियां एक फकीर नूं देतीआं। उस वेले बुढ़ड़ी नानी दी अखां चों हंझू वगे। गुरु रामदास महाराज जी कहते, मां रोंदी क्यों है? आपां गरीब हाँ ना, आपां किसी नूं बिना पैसिਆਂ तो कुछ खवा नहीं सकते, इन्नी गरीबी है, इस करके रोई है। बुढ़ड़ी नानी ने थर थराउंदे बुल्लां विचों आवाज दे के आख्या, पुत्त मैं इस करके नहीं रोई कि तू फ्री दे विच घुंगणियां फकीर नूं छका के आ गया है।
मैं ते पार ब्रह्म परमेश्वर के चरणों में रो के ये अरदास की है, हे निरंकार जी, इस बच्चे नूं जिन्ना वड्डा तू दिल दिता, खजाना भी उन्ना वड्डा दे। ये दोनों हत्थां दे नाल खजाना लटाई जाए, पर इहदे घर विच कदे टोट ना आए। सत श्री अकाल। ते सच जाणियो गुरमुखो, पता नहीं किहड़ी अवस्था विचों, पता नहीं दिल दी किहड़ी नुक्कर दे विचों उस वेले दी अरदास निकली हुई। गुरु रामदास सच्चे पातशाह जी दे घर दे खजाने अज भरे हुए ने। ध्यान देना, बरकतां अनंत ने, गिणियां नहीं जा सकदियां। जदों नानी दी उंगल फड़ के पिता दे घर नूं अपने हत्थी छोटा जिहा जिंदा ला के चूना मंडी लाहौर दे विच गुरु रामदास सच्चे पातशाह जी बासर के नूं तुरन लगे ना, बड़ा औखा हुंदा माता पिता दे घर नूं जिथे जन्म होया सदा वास्ते जिंदा वज जाना। तुरदियां कहंदे, नानी ये जिंदा अज वज गया, खुलेगा कदों? उस वेले नानी ने आख्या सी, पुत्रा जिदे भाणे च वजिया ये उही जानदा है जिंदा कदों खुलेगा। इतिहास तो आप जी जानते हो, बासर के नगर पहुंचे ने, गुरु अमरदास सच्चे पातशाह जी की चरण शरण नसीब हुई। सेवक बन के सेवा कर रहे ने। धन गुरु अमरदास सच्चे पातशाह जी की पुत्री बीबी भानी का रिश्ता जुड़न लग्या। गुरु अमरदास महाराज जी के महल माता मनसा देवी जी धन गुरु अमरदास सच्चे पातशाह जी नूं कहंदे ने, तुसीं की देख के रिश्ता कर रहे हो? ते ध्यान देना, धन गुरु अमरदास सच्चे पातशाह जी ने उत्थे कहा सी, दुनिया दे लोग ते ये कहंदे ने कि जेठे दा घर घाट कोई नहीं, इहदा घर उजड़ गया, ना मां रही ना पिता रहा, घर नूं जिंदा वज गया। भागां वालिए, संसार दे नक्शे दे उत्ते इहदा इदां दा घर बनेगा जिन्हों कदे भी जिंदा नहीं वजेगा, जिहदे 4 दरवाजे होणगे, जिहदे घर दी दहलीज दी मिट्टी नूं चुम्मण वास्ते कुल संसार दे लोग लाइनां बन के हाथ जोड़ के खड़े होणगे। ये उसे घर दी गल हो रही है जिन्हों कहंदे ने वसदी सगन अपार। गुरु रामदास महाराज जी की वसाई हुई नगरी श्री अमृतसर साहिब संघनी वसदी है, संघनी वसदी सगन अपार। अनूप रामदासपुर हरहा नानक कसमल जाए, नाया रामदास सारे। सचमुच गुरु रामदास सच्चे पातशाह जी का घर वो है जिन्हों उजाड़न वाले तोपां दे गोले मार के बर्बाद करन वाले ते बर्बाद हो गए, पर गुरु रामदास महाराज जी का घर सदा आबाद है, आबाद रहेगा। लोकी कहंदे सी इत्थे घरों तुरन लगे ना, 2 को कपड़े झोले च पा के ले आया। अज गुरु रामदास सच्चे पातशाह जी दे दरबार दे विच 2.5 लख की पोशाक रमाला साहिब हर रोज चढ़दा, ते सेवा करन वाले अपनी बारी की उडीक विच ने कि कदों समा आए सानू सेवा का मौका मिले। 2.5 लख की पोशाक हर रोज गुरु ग्रंथ साहिब सच्चे पातशाह जी ओढ़दे।
ਜਿਹਨੂੰ ਲੋਕੀ ਕਹਿੰਦੇ ਸੀ ਇਹ ਅਨਪੜ੍ਹ ਰਹਿ ਗਿਆ, ਇਹਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਤੇ ਚੇਤੇ ਰੱਖਿਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 19 ਰਾਗਾਂ ਵਿੱਚ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੇਵਲ ਸ਼ਲੋਕ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ 17 ਰਾਗਾਂ ਵਿੱਚ ਹੈ, ਤੇ ਜਿਹਨੂੰ ਦੁਨੀਆ ਦੇ ਲੋਕ ਅਨਪੜ੍ਹ ਕਹਿੰਦੇ ਸੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ 30 ਰਾਗਾਂ ਦੇ ਵਿੱਚ ਸੁਭਾਏਮਾਨ ਹੈ। ਧਿਆਨ ਦੇਣਾ, ਜਿਹਨੂੰ ਦੁਨੀਆ ਦੇ ਲੋਕ ਕਹਿੰਦੇ ਸੀ ਇਹਦੀ ਨਾ ਮਾਂ, ਨਾ ਪਿਤਾ, ਨਾ ਚੰਗੇ ਮਿੱਤਰ, ਨਾ ਚੰਗਾ ਘਰ, ਨਾ ਚੰਗਾ ਕਾਰੋਬਾਰ, ਇਹਦਾ ਵਿਆਹ ਕਿੰਨੇ ਕਰਨਾ, ਇਦਾਂ ਹੀ ਤੁਰਦਾ ਫਿਰਦਾ ਰਹੇਗਾ। ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜਿਗਰ ਦਾ ਟੁਕੜਾ ਆਪਣੀ ਬੱਚੀ ਬੀਬੀ ਭਾਨੀ ਦਾ ਰਿਸ਼ਤਾ ਕੀਤਾ। ਪਰ ਧਿਆਨ ਦੇਣਾ ਗੁਰਮਖੋ, ਸਮੁੱਚੇ ਸੰਸਾਰ ਦੇ ਵਿੱਚ ਜਿੱਥੇ ਵੀ ਸਿੱਖ ਵਸਦਾ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾ ਪੜ੍ਹੀ ਜਾਏ ਤੇ ਕਿਸੇ ਸਿੱਖ ਦਾ ਵਿਆਹ ਹੀ ਨਹੀਂ ਹੁੰਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਆਨੰਦ ਕਾਰਜ ਹੋਏ ਨਾ ਗੁਰਮੁਖੋ ਸਾਰਿਆਂ ਦੇ, ਬੇਸ਼ੱਕ ਆਨੰਦ ਕਾਰਜਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਵੀ ਸ਼ਬਦ ਨਾ ਪੜੋ ਤਾਂ ਵੀ ਵਿਆਹ ਹੋ ਜਾਂਦਾ। ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦਾ ਕਦੇ ਕਿਸੇ ਨੇ ਇੱਕ ਵੀ ਸ਼ਬਦ ਨਾ ਪੜਿਆ ਹੋਵੇ ਤਾਂ ਵੀ ਵਿਆਹ ਹੋ ਸਕਦਾ ਹੈ। ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਲਾਵਾਂ ਪੜਨ ਤੋਂ ਬਗੈਰ ਕਿਸੇ ਸਿੱਖ ਦਾ ਵਿਆਹ ਨਹੀਂ ਹੋ ਸਕਦਾ। ਦੇਖੋ ਕੈਸੀਆਂ ਬਰਕਤਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀਆਂ। ਇਸ ਕਰਕੇ ਭੱਟਵਾਲ ਜੀ ਕਹਿ ਰਹੇ ਨੇ, ਜੇ ਸਤਿਗੁਰ ਸਿਮਰੰਤ ਜੀ ਕੀ ਤਬਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੇ। ਉਹ ਕੌਣ ਹੈ? ਸੋਈ ਰਾਮਦਾਸ ਗੁਰ ਬਲ ਭਣ, ਸੋਈ ਰਾਮਦਾਸ ਗੁਰ ਬਲ ਭਣ। ਹੁਣ ਚੌਂਕੜੇ ਲਾਇਓ ਇੱਕ ਵਾਰੀ ਫੇਰ। ਤਨ ਤਨ ਕਰੋ, 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 ਸਾਰੇ ਜਪੋ। ਤਨ ਤਨ ਕਰੋ, 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 ਮਿਲ ਸੰਗਤ ਤਨ ਤਨ ਕਰੋ, ਮਿਲ ਸੰਗਤ ਤਨ ਤਨ ਕਰੋ, ਸੋਈ ਰਾਮਦਾਸ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਤਨ ਤਨ ਕਰੋ, ਮਿਲ ਸੰਗਤ ਤਨ ਤਨ ਕਰੋ, ਮਿਲ ਸੰਗਤ ਤਨ ਤਨ ਕਰੋ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ। हे गुरु की ये संगते
ਬੈਠ ਜਾਓ ਇਕੱਠੇ ਲਾ ਲਓ ਚੌਂਕੜੇ ਤੇ ਮਿਲ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਧੰਨ ਧੰਨ ਆਖੀ ਜਾਓ, ਧੰਨ ਧੰਨ ਆਖੀ ਜਾਓ। ਮਿਲੇਗਾ ਪਤਾ ਕੀ, ਜੇ ਸਤਿਗੁਰੂ ਲਗ ਪ੍ਰਭ ਪਾਈਏ। ਹੁਣ ਧੰਨ ਧੰਨ ਤੇ ਉਹੀ ਆਖੇਗਾ ਜਿਹਨੂੰ ਪ੍ਰਭੂ ਦੀ ਲੋੜ ਹੈ। ਤੇ ਜੇ ਗੁਰੂ ਨੂੰ ਧੰਨ ਧੰਨ ਆਖਣ ਤੋਂ ਬਾਅਦ ਵੀ ਕੌਡੀਆਂ ਹੀ ਖਰੀਦਣੀਆਂ ਨੇ ਗੁਰਮੁਖੋ, ਫਿਰ ਕੋਈ ਬਹੁਤਾ ਲਾਭ ਨਹੀਂ ਹੈ। ਇਸ਼ਾਰਾ ਸਮਝ ਲਿਆ ਜੀ। ਇੱਥੇ ਸਿਮਰਨ ਤੋਂ ਬਾਅਦ ਅਰਦਾਸਾਂ ਕਰਾਇਆ ਕਰੋ ਜਿਹੜੀਆਂ ਆਪਣੇ ਵੱਸੋਂ ਬਾਹਰ ਹੋ ਗਈਆਂ। ਜਿਹੜਾ ਦੁੱਖ ਕਿਤੋਂ ਨਹੀਂ ਮਿਟਿਆ ਉਹਦੀ ਅਰਦਾਸ ਕਰਨੀ ਜਾਇਜ਼ ਹੈ। ਜਿਹੜੀ ਦਾਤ ਕਿਤੋਂ ਨਹੀਂ ਮਿਲੀ ਇੱਥੇ ਅਰਦਾਸ ਕਰਨੀ ਜਾਇਜ਼ ਹੈ। ਤੇ ਗੁਰਮੁਖੋ ਜਿਹੜੀਆਂ ਸੀਮਤ ਦਾਇਰੇ ਵਿੱਚ ਛੋਟੀ ਤੱਕੜੀ ਵਿੱਚ ਤੁਲਣ ਵਾਲੀਆਂ ਗੱਲਾਂ ਨੇ ਉਹਨਾਂ ਨੂੰ ਛੱਡ ਕੇ ਨਾ ਬਾਹਾਂ ਥੋੜ੍ਹੀਆਂ ਜਿਹੀਆਂ ਵੱਡੀਆਂ ਕਰੋ। ਮਹਾਰਾਜ ਸਾਨੂੰ ਨਾਮ ਦੀ ਦਾਤ ਦਿਓ। ਸਾਡੇ ਨਿਤਨੇਮ 'ਚ ਵਾਧਾ ਕਰੋ, ਬੰਦਗੀ 'ਚ ਵਾਧਾ ਕਰੋ, ਸਾਡੀ ਜ਼ਿੰਦਗੀ ਵਿੱਚ ਮਿਠਾਸ ਭਰ ਦਿਓ, ਸਾਡੀ ਜ਼ਿੰਦਗੀ ਵਿੱਚ ਰਸ ਭਰ ਦਿਓ। ਸਾਨੂੰ ਨਿਮਰਤਾ ਦਾ ਗਹਿਣਾ ਦਿਓ, ਸਾਨੂੰ ਗਰੀਬੀ ਦੀ ਦਾਤ ਦਿਓ। ਇਹ ਅਰਦਾਸਾਂ ਕਰੋ ਮਹਾਰਾਜ ਕੋਲ। ਹੇ ਗੁਰੂ ਰਾਮਦਾਸ ਜੀ, ਤੁਹਾਨੂੰ ਕਹਿਣ ਵਾਲਾ, ਤੁਹਾਡੇ ਚਰਨਾਂ ਦੇ ਨਾਲ ਜੱਫੀ ਪਾਉਣ ਵਾਲਾ ਕਿੱਥੇ ਪਹੁੰਚ ਗਿਆ? ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਜਿਹੜੇ ਗੁਰੂ ਦੇ ਨਾਲ ਲੱਗ ਕੇ, ਜਿਹੜੇ ਗੁਰੂ ਨੂੰ ਮਿਲ ਕੇ ਪ੍ਰਭੂ ਮਿਲ ਜਾਂਦਾ ਹੈ, ਉਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਹੇ ਪ੍ਰਾਨੀ ਯਾਦ ਕਰੋ, ਯਾਦ ਕਰੋ, ਉਹਦਾ ਸਿਮਰਨ ਕਰੋ। ਆਓ ਐਸੇ ਸੋਢੀ ਸੁਲਤਾਨ ਪਾਤਸ਼ਾਹ ਜਿਨ੍ਹਾਂ ਬਾਰੇ ਇਹ ਵੀ ਆਖਿਆ ਜਾਂਦਾ ਸੀ ਕਿ ਇਹ ਬੜਾ ਮਨਹੂਸ ਬੱਚਾ ਹੈ। ਜਦੋਂ ਬਾਸਰ ਕੇ ਆਏ ਨਾ ਤੇ ਨਾਨੀ ਨੇ ਆਖਿਆ, ਪੁੱਤ ਜਾ ਗਲੀ ਦੇ ਵਿੱਚ ਬਾਲਕ ਖੇਡਦੇ ਨੇ, ਤੂੰ ਵੀ ਖੇਡਿਆ। ਗੁਰੂ ਰਾਮਦਾਸ ਮਹਾਰਾਜ ਜੀ ਛੋਟੀ ਉਮਰ ਸੀ, ਬੱਚਿਆਂ ਨਾਲ ਖੇਡਣ ਚਲੇ ਗਏ। ਹੁਣ ਬੱਚਿਆਂ ਦੇ ਮਨ 'ਚ ਤੇ ਕੋਈ ਵੈਰ ਹੁੰਦਾ ਨਹੀਂ, ਬੱਚੇ ਮਿੰਟਾਂ ਦੇ ਵਿੱਚ ਹੀ ਰਚ ਮਿਚ ਗਏ, ਦੋਸਤ ਬਣ ਗਏ, ਮਿੱਤਰ ਬਣ ਗਏ। ਥੋੜੀ ਦੇਰ ਬਾਅਦ ਉਹਨਾਂ ਬੱਚਿਆਂ ਦੀਆਂ ਮਾਵਾਂ ਘਰਾਂ ਤੋਂ ਬਾਹਰ ਨਿਕਲਦੀਆਂ। ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਖੇਡਣ ਵਾਲੇ ਬੱਚਿਆਂ ਨੂੰ ਬਾਂਹ ਤੋਂ ਫੜ ਕੇ ਆਪੋ ਆਪਣੇ ਘਰੇ ਲੈ ਗਈਆਂ। ਅੱਜ ਤੋਂ ਬਾਅਦ ਇਹਦੇ ਨਾਲ ਨਾ ਖੇਡਿਆ ਜੇ, ਇਹ ਤੇ ਬੜਾ ਮਨਹੂਸ ਹੈ। ਜਨਮ ਲੈਂਦੇ ਹੀ ਮਾਂ ਚਲੀ ਗਈ, ਬਾਅਦ ਵਿੱਚ ਪਿਤਾ ਚਲਾ ਗਿਆ, ਇਹਦੇ ਮੱਥੇ ਨਾ ਲੱਗਿਆ ਕਰੋ, ਇਹਦੇ ਨਾਲ ਨਹੀਂ ਖੇਡਣਾ ਅੱਜ ਤੋਂ ਬਾਅਦ। ਵਾਪਸ ਆਈ, ਨਾਨੀ ਕਹਿਣ ਲੱਗੀ, ਪੁੱਤ ਛੇਤੀ ਆ ਗਿਆ, ਤੈਨੂੰ ਬੱਚਿਆਂ ਨੇ ਖਿਡਾਇਆ ਨਹੀਂ ਨਾਲ। ਮਾਂ, ਬੱਚੇ ਤੇ ਕੁਝ ਨਹੀਂ ਸੀ ਕਹਿੰਦੇ, ਉਹ ਤੇ ਰਚ ਮਿਚ ਗਏ ਸੀ ਮੇਰੇ ਨਾਲ, ਪਰ ਉਹਨਾਂ ਦੀਆਂ ਮਾਵਾਂ ਨੇ ਬੋਲੀ ਮਾਰੀ ਹੈ, ਇਸ ਮਨਹੂਸ ਦੇ ਮੱਥੇ ਨਾ ਲੱਗਿਓ। ਇਹਦੀ ਮਾਂ ਤੁਰ ਗਈ, ਇਹਦਾ ਪਿਤਾ ਤੁਰ ਗਿਆ, ਦੇ ਘਰ ਨੂੰ ਜਿੰਦਾ ਵੱਜ ਗਿਆ, ਇਹਦੀ ਤੇ ਕੁੱਲ ਖਤਮ ਹੋ ਗਈ। ਤੇ ਧਿਆਨ ਦੇਣਾ ਗੁਰਮੁਖੋ, ਕੀਰਤਨ ਦੀ ਰੰਭਦਾ ਵਿੱਚ ਸ਼ਬਦ ਪੜਿਆ ਗਿਆ ਸੀ ਜਿਹਦੇ ਵਿੱਚ ਉਸ ਕੁੱਲ ਦਾ ਜ਼ਿਕਰ ਆਇਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਬੇਦੀਆਂ ਕੋਲ ਗੁਰਤਾ ਗੱਦੀ ਦਾ ਜਾਮਾ ਇੱਕ ਜਾਮੇ ਵਿੱਚ, ਗੁਰਤਾ ਗੱਦੀ ਇੱਕ ਜਾਮਾ ਰਿਹਾ। ਭੱਲਿਆਂ ਦੀ ਕੁੱਲ ਵਿੱਚ ਇੱਕ ਜਾਮਾ, ਤਰੇਣਾ ਦੀ ਕੁੱਲ ਵਿੱਚ ਇੱਕ ਜਾਮਾ, ਪਰ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਬਾਰੇ ਲੋਕੀ ਕਹਿੰਦੇ ਸੀ ਇਹਨਾਂ ਦੀ ਤੇ ਕੁੱਲ ਹੀ ਨਹੀਂ ਰਹੀ। ਧਿਆਨ ਦੇਣਾ, ਉਸ ਕੁੱਲ ਦੇ ਵਿੱਚ 7 ਜਾਮੇ ਗੁਰੂ ਨਾਨਕ ਦੀ ਜੋਤ ਦੇ ਵਿੱਚ ਰਹੇ, 7 ਜਾਮੇ।
ਉਸੇ ਕੁੱਲ ਦੇ ਵਿੱਚ ਸ਼ਹੀਦ ਹੁੰਦੇ ਨੇ ਤੱਤੀ ਤਵੀ ਤੇ ਬੈਠਣ ਵਾਲੇ, ਉਸੇ ਕੁੱਲ ਵਿੱਚ ਸ਼ਹੀਦ ਹੁੰਦੇ ਨੇ। ਚਾਂਦਨੀ ਚੌਕ ਵਿੱਚ ਸੀਸ ਦੇ ਕੇ ਹਿੰਦੁਸਤਾਨ ਦੀ ਆਬਰੂ ਨੂੰ ਬਚਾਉਣ ਵਾਲੇ, ਉਸੇ ਕੁੱਲ ਦੇ ਵਿੱਚ ਅੰਮ੍ਰਿਤ ਦਾ ਦਾਤਾ, ਉਸੇ ਕੁੱਲ ਦੇ ਵਿੱਚ ਚਮਕੌਰ ਦੀ ਗੜੀ ਦੇ ਸ਼ਹੀਦ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਸੁਆਓ ਐਸੀਆਂ ਬਰਕਤਾਂ ਦੇ ਮਾਲਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ। ਆਪ ਸਾਰੀਆਂ ਸੰਗਤਾਂ ਨੂੰ ਹਿਰਦੇ ਦੀ ਡੂੰਘਾਈ ਵਿੱਚੋਂ ਕੋਟਾਨ ਕੋਟ ਵਧਾਈਆਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਓ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਸਾਨੂੰ ਰੁਲਦਿਆਂ ਹੋਇਆਂ ਨੂੰ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਆਪਣੇ ਕੰਠ ਲਾ ਲਵੋ, ਆਪਣੇ ਚਰਨਾਂ ਨਾਲ ਜੋੜ ਲਵੋ। ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਸਰਬੱਤ ਸੰਗਤ ਨੇ ਖਿਮਾ ਕਰ ਦੇਣੀਆਂ।